ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡੇ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ SK ਸਟੱਡੀ ਪੁਆਇੰਟਸ ਦੇ ਉੱਪਰ। ਤੇ ਅੱਜ ਆਪਾਂ ਗੱਲ ਕਰਾਂਗੇ ਸਮਾਜਿਕ ਵਿਗਿਆਨ ਵਿਸ਼ੇ ਦੇ ਬਾਰੇ ਵਿੱਚ, ਜਿਹੜਾ ਕਿ ਹੈਗਾ 7ਵੀਂ ਕਲਾਸ ਦੇ ਨਾਲ ਸੰਬੰਧਿਤ। ਤੇ ਇਹਦੇ ਵਿੱਚ ਆਪਾਂ ਗੱਲ ਕਰਨੀ ਹੈਗੀ ਹੈ ਇਤਿਹਾਸ ਵਿਸ਼ੇ ਦੀ। ਤੇ ਇਹਦੇ ਵਿੱਚ ਆਪਾਂ ਦੇਖਾਂਗੇ ਇਤਿਹਾਸ ਦੇ ਵਿੱਚ ਮੁਗਲ ਵੰਸ਼ ਦੇ ਬਾਰੇ ਵਿੱਚ ਗੱਲ ਕਰਨੀ ਹੈਗੀ ਆਪਾਂ। ਤੇ ਇਹਦੇ ਵਿੱਚ ਆਪਾਂ ਜਿਹੜੇ ਪਹਿਲੇ 6 ਸ਼ਾਸਕ ਹੋਏ ਨੇ, ਜਿਹੜੇ ਕਿ ਸਿੱਖ ਗੁਰੂ ਸਾਹਿਬਾਨਾਂ ਦੇ ਟਾਈਮ ਤੇ ਆਪਾਂ ਨੂੰ ਦੇਖਣ ਨੂੰ ਮਿਲਦੇ ਹੈਗੇ ਨੇ। ਤੇ ਇਸ ਦੇ ਵਿੱਚ ਆਪਾਂ ਗੱਲ ਕਰਾਂਗੇ ਬਾਬਰ, ਹਿਮਾਯੂ, ਅਕਬਰ, ਜਹਾਂਗੀਰ, ਸ਼ਾਹਜਹਾਂ ਤੇ ਔਰੰਗਜ਼ੇਬ ਦੇ ਬਾਰੇ ਵਿੱਚ। ਤੇ ਅੱਗੇ ਆਪਾਂ ਥੋੜਾ ਜਿਹਾ ਬਹਾਦਰ ਸ਼ਾਹ ਦੇ ਬਾਰੇ ਵਿੱਚ ਵੀ ਦੇਖਾਂਗੇ, ਜਿਨ੍ਹਾਂ ਨੂੰ ਆਲਮ ਸ਼ਾਹ ਜਾਂ ਬਹਾਦਰ ਸ਼ਾਹ ਪਹਿਲਾਂ ਬੋਲਿਆ ਜਾਂਦਾ ਸੀ। ਮੁਗਲ ਸਾਮਰਾਜ ਦੀ ਜੇਕਰ ਆਪਾਂ ਗੱਲ ਕਰਦੇ ਹੈਗੇ ਤਾਂ ਮੁਗਲ ਸਾਮਰਾਜ ਦੀ ਜਿਹੜੀ ਨੀਂਹ ਹੈਗੀ ਉਹ ਜ਼ਹੀਰੁਦੀਨ ਮੁਹੰਮਦ ਬਾਬਰ ਦੇ ਦੁਆਰਾ ਰੱਖੀ ਗਈ ਸੀਗੀ, ਜਿਹੜਾ ਕਿ ਕਾਬੁਲ ਦਾ ਸ਼ਾਸਕ ਸੀਗਾ। ਇਸ ਤੋਂ ਇਲਾਵਾ ਆਪਾਂ ਦੇਖਦੇ ਹੈਗੇ ਕਿ 15ਵੀਂ ਸਦੀ ਜਿਹੜਾ ਵਿੱਚ ਭਾਰਤ ਹੈਗਾ ਉਹ ਛੋਟੇ ਛੋਟੇ ਰਾਜਾਂ ਦੇ ਵਿੱਚ ਵੰਡਿਆ ਗਿਆ ਸੀ। ਦਿੱਲੀ ਸਲਤਨਤ ਦਾ ਜਦੋਂ ਲਾਸਟ ਸ਼ਾਸਕ ਹੈਗਾ ਹੈ ਜਿਹੜਾ ਇਬਰਾਹਿਮ ਲੋਧੀ, ਉਸ ਦੇ ਟਾਈਮ ਤੇ ਜਿਹੜੇ ਬਹੁਤੇ ਰਾਜ ਹੈਗੇ ਨੇ ਆਪਣੇ ਆਪ ਨੂੰ ਸੁਤੰਤਰ ਘੋਸ਼ਿਤ ਕਰ ਦਿੰਦੇ ਹੈਗੇ ਨੇ, ਆਪਣੀ ਪ੍ਰਭੂਸੱਤਾ ਦੇ ਲਈ ਜਿਹੜਾ ਉਹ ਆਪਸ ਵਿੱਚ ਜਿਹੜਾ ਲੜਨਾ ਝਗੜਨਾ ਸ਼ੁਰੂ ਕਰ ਦਿੰਦੇ ਨੇ। ਇਸ ਤੋਂ ਇਲਾਵਾ ਦੌਲਤ ਖਾਨ ਲੋਧੀ ਦੀ ਗੱਲ ਕਰੀਏ, ਜਿਹੜਾ ਕਿ ਪੰਜਾਬ ਦਾ ਸੂਬੇਦਾਰ ਸੀ, ਇਬਰਾਹਿਮ ਲੋਧੀ ਦੇ ਦੁਆਰਾ ਦੌਲਤ ਖਾਨ ਲੋਧੀ ਨਾਲ ਵੀ ਤੇ ਜਾਂ ਫਿਰ ਉਸਦੇ ਪੁੱਤਰ ਦੇ ਨਾਲ ਵੀ ਬੁਰਾ ਸਲੂਕ ਕੀਤਾ ਜਾਂਦਾ ਹੈਗਾ ਹੈ। ਤੇ ਇਹਦੇ ਵਿੱਚ ਜਿਹੜਾ ਉਹ ਦਿਲਾਵਰ ਖਾਨ ਲੋਧੀ, ਜਿਸ ਨੂੰ ਜਿਹੜਾ ਕਿ ਦੌਲਤ ਖਾਨ ਲੋਧੀ ਦਾ ਪੁੱਤਰ ਹੈਗਾ ਹੈ, ਉਹ ਜਦੋਂ ਦਿੱਲੀ ਜਾਂਦਾ ਹੈਗਾ ਹੈ ਇਬਰਾਹਿਮ ਲੋਧੀ ਦੇ ਕੋਲ, ਇਬਰਾਹਿਮ ਲੋਧੀ ਜਿਹੜਾ ਹੈਗਾ ਹੈ ਉਸ ਨੂੰ ਉਹ ਵਿਅਕਤੀ ਦਿਖਾਉਂਦਾ ਹੈ ਜਿਨ੍ਹਾਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ ਨੇ, ਜਾਂ ਫਿਰ ਉਸ ਕਮਰੇ ਵਿੱਚ ਉਹਨੂੰ ਲੈ ਕੇ ਜਾਂਦਾ ਹੈ ਦਿਲਾਵਰ ਖਾਨ ਨੂੰ, ਜਿੱਥੇ ਉਹਦੇ ਦੁਆਰਾ ਲੋਕਾਂ ਨੂੰ ਜਿਹੜੀ ਸਜ਼ਾ ਦਿੱਤੀ ਗਈ ਸੀਗੀ। ਤੇ ਇਸ ਤੋਂ ਇਲਾਵਾ ਜਿਹੜਾ ਉਸਨੂੰ ਵੀ ਉੱਥੇ ਕੈਦ ਕੀਤਾ ਜਾਂਦਾ ਹੈ। ਤਾਂ ਇਹ ਦਿਲਾਵਰ ਖਾਨ ਲੋਧੀ ਜਿਹੜਾ ਹੈਗਾ ਹੈ ਉਹ ਉੱਥੋਂ ਭੱਜਣ ਵਿੱਚ ਕਾਮਯਾਬ ਹੋ ਜਾਂਦਾ ਹੈ। ਤੇ ਉਸ ਤੋਂ ਇਲਾਵਾ ਸਾਰੀ ਜਿਹੜੀ ਦੁਰਘਟਨਾ ਹੈਗੀ ਉਹ ਆਪਣੇ ਪਿਤਾ ਨੂੰ ਦੱਸਦਾ ਹੈ। ਤੇ ਇਸ ਤਰ੍ਹਾਂ ਆਪਾਂ ਦੇਖਦੇ ਹੈਗੇ ਕਿ ਉਹਨਾਂ ਦੇ ਜਿਹੜਾ ਇਬਰਾਹਿਮ ਲੋਧੀ ਦੇ ਦੁਆਰਾ ਉਹਨਾਂ ਦੋਵਾਂ ਦੇ ਪਿਓ ਪੁੱਤਰ ਦੇ ਨਾਲ ਬੁਰਾ ਸਲੂਕ ਕੀਤਾ ਜਾਂਦਾ ਹੈ। ਤੇ ਇਸ ਦੇ ਚੱਲਦੇ ਦੌਲਤ ਖਾਨ ਲੋਧੀ ਜਿਹੜਾ ਹੈਗਾ ਹੈ ਉਹ ਬਾਬਰ ਨੂੰ ਭਾਰਤ ਦੇ ਉੱਪਰ ਹਮਲਾ ਕਰਨ ਦੇ ਲਈ ਜਿਹੜਾ ਸੱਦਾ ਦਿੰਦਾ ਹੈਗਾ। ਇਸ ਤੋਂ ਇਲਾਵਾ ਜਿਹੜਾ ਮੇਵਾੜ ਦਾ ਸ਼ਾਸਕ ਹੈਗਾ ਹੈ ਰਾਣਾ ਸਾਂਗਾ, ਉਹਦੇ ਦੁਆਰਾ ਵੀ ਜਿਹੜਾ ਬਾਬਰ ਨੂੰ ਭਾਰਤ ਦੇ ਉੱਪਰ ਹਮਲਾ ਕਰਨ ਲਈ ਬੁਲਾਇਆ ਜਾਂਦਾ ਹੈਗਾ ਹੈ। ਤੇ ਇਹਦੇ ਵਿੱਚ ਆਪਾਂ ਦੇਖਦੇ ਹੈਗੇ ਜਦੋਂ ਪਾਣੀਪਤ ਦਾ ਯੁੱਧ ਹੁੰਦਾ ਹੈਗਾ ਹੈ, ਇਸ ਯੁੱਧ ਦੇ ਵਿੱਚ ਤੇ ਰਾਣਾ ਸਾਂਗਾ ਜਿਹੜਾ ਹੈਗਾ ਹੈ ਉਹ ਬਾਬਰ ਨੂੰ ਜਿਹੜਾ ਆਸ਼ਵਸਤ ਕਰਦਾ ਹੈਗਾ ਹੈ ਕਿ ਜਦੋਂ ਭਾਰਤ ਦੇ ਵਿੱਚ ਇਬਰਾਹਿਮ ਲੋਧੀ ਦੇ ਖਿਲਾਫ ਉਹਦੇ ਦੁਆਰਾ ਯੁੱਧ ਲੜਿਆ ਜਾਏਗਾ ਤਾਂ ਉਹ ਜਿਹੜਾ ਹੈਲਪ ਕਰੇਗਾ। ਤੇ ਇਹਦੇ ਵਿੱਚ ਆਪਾਂ ਦੇਖਦੇ ਹੈਗੇ ਕਿ ਜਿਹੜਾ ਮੇਵਾੜ ਦਾ ਸ਼ਾਸਕ ਰਾਣਾ ਸਾਂਗਾ ਹੈਗਾ ਹੈ ਉਹ ਪਾਣੀਪਤ ਦੇ ਯੁੱਧ ਵਿੱਚ ਜਿਹੜਾ ਬਾਬਰ ਦੀ ਹੈਲਪ ਨਹੀਂ ਕਰਦਾ। ਤੇ ਇਸ ਤੋਂ ਬਾਅਦ ਜਿਹੜਾ ਬਾਬਰ ਹੈਗਾ ਹੈ ਉਹ ਪਾਣੀਪਤ ਦਾ ਯੁੱਧ ਜਿੱਤਣ ਤੋਂ ਬਾਅਦ ਸਭ ਤੋਂ ਪਹਿਲਾਂ ਜਿਹੜਾ ਰਾਣਾ ਸਾਂਗਾ ਨਾਲ ਯੁੱਧ ਕਰਨ ਦਾ ਜਿਹੜਾ ਨਿਸ਼ਚਾ ਕਰਦਾ ਹੈਗਾ ਹੈ। ਤੇ ਇਸ ਤੋਂ ਇਲਾਵਾ ਜਦੋਂ ਯੁੱਧ ਹੁੰਦਾ ਹੈ ਤਾਂ ਉਹਦੇ ਵਿੱਚ ਜਿਹੜਾ ਰਾਣਾ ਸਾਂਗਾ ਨੂੰ ਹਾਰ ਦਾ ਮੂੰਹ ਦੇਖਣਾ ਪੈਂਦਾ ਹੈ। ਇਸ ਤੋਂ ਇਲਾਵਾ ਆਪਾਂ ਦੇਖਦੇ ਹਾਂ ਕਿ ਜੋਥੀ ਸੀਗਾ, ਉਹਦੇ ਦੁਆਰਾ ਇਹ ਭਵਿੱਖਬਾਣੀ ਕੀਤੀ ਗਈ ਸੀ ਕਿ ਬਾਬਰ ਜਦੋਂ ਮਹਾਰਾਣਾ ਸਾਂਗਾ ਨਾਲ ਯੁੱਧ ਕਰੇਗਾ ਤਾਂ ਜਿਹੜਾ ਮਹਾਰਾਣਾ ਸਾਂਗਾ ਹੈਗਾ ਉਹ ਜਿੱਤ ਜਾਏਗਾ ਤੇ ਜਿਹੜਾ ਬਾਬਰ ਨੂੰ ਹਾਰ ਦਾ ਮੂੰਹ ਦੇਖਣਾ ਪਏਗਾ। ਤੇ ਬਾਬਰ ਦੁਆਰਾ ਫਿਰ ਇਹ ਨਿਸ਼ਚਾ ਕੀਤਾ ਗਿਆ ਸੀ ਕਿ ਮੈਂ ਜਿਹੜਾ ਮਹਾਰਾਣਾ ਸਾਂਗਾ ਨੂੰ ਜ਼ਰੂਰ ਹਰਾਊਂਗਾ। ਤੇ ਇਸ ਦੇ ਚੱਲਦੇ ਉਹ ਮਹਾਰਾਣਾ ਸਾਂਗਾ ਦੇ ਨਾਲ ਯੁੱਧ ਕਰਦਾ ਹੈਗਾ ਤੇ ਇਸ ਯੁੱਧ ਦੇ ਵਿੱਚ ਮਹਾਰਾਣਾ ਸਾਂਗਾ ਹਾਰ ਜਾਂਦੇ ਹੈਗੇ ਨੇ। ਇਸ ਤੋਂ ਇਲਾਵਾ ਜਿਹੜਾ ਉਹਨਾਂ ਦਾ ਇੱਕ ਹੱਥ ਵੀ ਜਿਹੜਾ ਬਾਬਰ ਦੇ ਦੁਆਰਾ ਵੱਢ ਲਿਆ ਜਾਂਦਾ ਹੈਗਾ। ਕਿਉਂਕਿ ਜਿਹੜਾ ਬਾਬਰ ਦਾ ਮੰਨਣਾ ਸੀਗਾ ਕਿ ਇਹਨੇ ਜਿਹੜਾ ਆਸ਼ਵਸਤ ਕੀਤਾ ਸੀ ਜਾਂ ਮੈਨੂੰ ਪਹਿਲਾਂ ਮਦਦ ਦੇਣ ਦੀ ਜਿਹੜੀ ਗੱਲ ਕੀਤੀ ਸੀ ਤੇ ਉਹ ਨਹੀਂ ਦਿੱਤੀ, ਜਿਸ ਦੇ ਚੱਲਦੇ ਇਹਨੂੰ ਜਿਹੜਾ ਮਹਾਰਾਣਾ ਸਾਂਗਾ ਨੂੰ ਜਿਹੜਾ ਬਾਬਰ ਦੇ ਨਾਲ ਯੁੱਧ ਕਰਨਾ ਪੈਂਦਾ ਹੈਗਾ। ਤੇ ਇਸ ਤੋਂ ਇਲਾਵਾ ਜਿਹੜਾ ਪਾਣੀਪਤ ਦੀ ਲੜਾਈ ਜਿਹੜੀ ਹੈਗੀ ਉਹ 1526 ਈਸਵੀ ਦੇ ਵਿੱਚ ਹੁੰਦੀ ਹੈਗੀ। ਤੇ ਇਸ ਦੇ ਵਿੱਚ ਇਬਰਾਹਿਮ ਲੋਧੀ ਜਿਹੜਾ ਯੁੱਧ ਦੇ ਮੈਦਾਨ ਵਿੱਚ ਮਾਰਿਆ ਜਾਂਦਾ ਹੈ। ਇਸ ਤੋਂ ਅੱਗੇ ਆਪਾਂ ਗੱਲ ਕਰਾਂਗੇ ਮੁਗਲ ਕੌਣ ਸਨ। ਮੁਗਲਾਂ ਦੀ ਜੇ ਆਪਾਂ ਗੱਲ ਕਰੀਏ ਤਾਂ ਇਹ ਮੰਗੋਲ ਜਿਹੜੇ ਸ਼ਾਸਕ ਚੰਗੇਜ਼ ਖਾਂ ਹੈਗਾ ਇਹ ਮਾਤਾ ਦੇ ਪੱਖੋਂ ਜਿਹੜੇ ਮੁਗਲ ਹੈਗੇ ਨੇ, ਬਾਬਰ ਦੀ ਗੱਲ ਕਰ ਰਹੇ ਹੈਗੇ ਆਪਾਂ ਇਹਦੇ ਵਿੱਚ। ਤੇ ਮਾਤਾ ਦੇ ਵਾਲੀ ਸਾਈਡ ਤੋਂ ਜਿਹੜਾ 14ਵਾਂ ਵੰਸ਼ਜ ਹੈਗਾ ਇਹ ਚੰਗੇਜ਼ ਖਾਨ ਦਾ। ਪਿਤਾ ਵਾਲੀ ਸਾਈਡ ਤੋਂ ਜੇ ਆਪਾਂ ਗੱਲ ਕਰੀਏ ਤਾਂ ਜਿਹੜਾ ਬਾਬਰ ਹੈਗਾ ਹੈ ਉਹ ਤੈਮੂਰ ਲੰਗ, ਜਿਸ ਦੀ ਆਪਾਂ ਗੱਲ ਕੀਤੀ ਸੀ, ਜਿਸ ਨੇ 1399 ਈਸਵੀ ਦੇ ਵਿੱਚ ਭਾਰਤ ਦੇ ਉੱਪਰ ਹਮਲਾ ਕੀਤਾ ਸੀਗਾ, ਤਾਂ ਉਸ ਦਾ ਜਿਹੜਾ ਇਹ 5ਵਾਂ ਵੰਸ਼ਜ ਆਪਾਂ ਨੂੰ ਦੇਖਣ ਨੂੰ ਮਿਲਦਾ ਹੈਗਾ ਪਿਤਾ ਦੇ ਵਾਲੇ ਪਾਸੇ ਤੋਂ। ਤੇ ਇਹ ਜੇ ਆਪਾਂ ਗੱਲ ਕਰੀਏ ਜਿਹੜਾ ਮੰਗੋਲਾਂ ਦੀ, ਤਾਂ ਮਾਤਾ ਵਾਲੀ ਸਾਈਡ ਤੋਂ ਜਿਹੜਾ ਇਹ 14ਵਾਂ ਚੰਗੇਜ਼ ਖਾਨ ਦਾ ਵੰਸ਼ਜ ਸੀਗਾ। ਤੇ ਪਿਤਾ ਵਾਲੇ ਪਾਸੇ ਜਿਹੜਾ ਤੈਮੂਰ ਲੰਗ ਹੈਗਾ ਉਹਦਾ 5ਵਾਂ ਵੰਸ਼ਜ ਆਪਾਂ ਨੂੰ ਦੇਖਣ ਨੂੰ ਮਿਲਦਾ ਹੈਗਾ। ਇਸ ਤੋਂ ਇਲਾਵਾ ਜੇ ਆਪਾਂ ਭਾਰਤ ਦੇ ਉੱਪਰ ਬਾਬਰ ਦੇ ਹਮਲੇ ਦੀ ਗੱਲ ਕਰੀਏ ਤਾਂ ਬਾਬਰ ਜੋ ਹੈਗਾ ਉਹਨੇ ਭਾਰਤ ਦੀ ਧਨ ਦੌਲਤ ਦੇ ਬਾਰੇ ਵਿੱਚ ਪਹਿਲਾਂ ਹੀ ਸੁਣਿਆ ਹੋਇਆ ਸੀ। ਤੇ ਇਸ ਤੋਂ ਇਲਾਵਾ ਹੁਣ ਜਿਹੜਾ ਇਸ ਦੇ ਨਾਲ ਜਿਹੜਾ ਮੌਕਾ ਪ੍ਰਾਪਤ ਹੋ ਜਾਂਦਾ ਹੈ ਜਦੋਂ ਰਾਣਾ ਸਾਂਗਾ ਜਾਂ ਫਿਰ ਦੌਲਤ ਖਾਨ ਲੋਧੀ ਦੇ ਦੁਆਰਾ ਉਹਨੂੰ ਭਾਰਤ ਦੇ ਉੱਪਰ ਹਮਲਾ ਕਰਨ ਲਈ ਬੁਲਾਇਆ ਜਾਂਦਾ ਹੈਗਾ। ਤੇ ਇਸ ਤੋਂ ਇਲਾਵਾ ਭਾਰਤ ਦੇ ਉੱਪਰ ਉਸ ਦੇ ਦੁਆਰਾ ਜਿਹੜੇ 5 ਹਮਲੇ ਕੀਤੇ ਜਾਂਦੇ ਨੇ, ਲਗਾਤਾਰ ਹਮਲੇ ਕਰਨੇ ਜਿਹੜੇ ਉਹ ਸ਼ੁਰੂ ਕਰ ਦਿੰਦਾ ਹੈਗਾ ਭਾਰਤ ਦੇ ਉੱਪਰ। ਤੇ 1526 ਈਸਵੀ ਦੇ ਵਿੱਚ ਜਿਹੜਾ ਬਾਬਰ ਹੈਗਾ ਇਬਰਾਹਿਮ ਲੋਧੀ ਨਾਲ ਜਿਹੜਾ 1526 ਈਸਵੀ ਦੇ ਵਿੱਚ ਪਾਣੀਪਤ ਦੀ ਪਹਿਲੀ ਲੜਾਈ ਹੁੰਦੀ ਹੈ, ਤਾਂ ਇਸ ਦੇ ਨਾਲ ਜਿਹੜਾ ਭਾਰਤ ਦੇ ਵਿੱਚ ਜਿਹੜਾ ਮੁਗਲ ਸਾਮਰਾਜ ਦੀ ਨੀਂਹ ਰੱਖੀ ਜਾਂਦੀ ਹੈਗੀ ਬਾਬਰ ਦੇ ਦੁਆਰਾ। ਇਸ ਤੋਂ ਅੱਗੇ ਆਪਾਂ ਸਾਰਣੀ ਦੇਖ ਰਹੇ ਹੈਗੇ ਹਾਂ ਕਿ ਉਹ ਸ਼ਾਸਕ ਹੈਗੇ ਨੇ ਜਿਨ੍ਹਾਂ ਦੇ ਆਪਾਂ ਬਾਰੇ ਵਿੱਚ ਗੱਲ ਕਰ ਰਹੇ ਹੈਗੇ ਹਾਂ। ਤੇ ਇਹ ਜਿੰਨੇ ਵੀ ਸ਼ਾਸਕ ਹੈਗੇ ਨੇ ਸਿੱਖ ਗੁਰੂਆਂ ਦੇ ਟਾਈਮ 'ਤੇ ਆਪਾਂ ਨੂੰ ਦੇਖਣ ਨੂੰ ਮਿਲਦੇ ਹੈਗੇ ਨੇ। ਇਹਦੇ ਵਿੱਚ ਪਹਿਲਾਂ ਆਪਾਂ ਗੱਲ ਕਰਾਂਗੇ ਬਾਬਰ ਦੀ, ਤੇ ਜਿਨ੍ਹਾਂ ਦਾ ਜਿਹੜਾ ਪੂਰਾ ਨਾਮ ਜ਼ਹੀਰੁਦੀਨ ਮੁਹੰਮਦ ਬਾਬਰ ਆਪਾਂ ਨੂੰ ਦੇਖਣ ਨੂੰ ਮਿਲਦਾ ਹੈਗਾ। ਤੇ 1526 ਈਸਵੀ ਵਿੱਚ ਇਹਨਾਂ ਦੁਆਰਾ ਜਿਹੜਾ ਭਾਰਤ ਦੇ ਵਿੱਚ ਮੁਗਲ ਸਾਮਰਾਜ ਦੀ ਸਥਾਪਨਾ ਕੀਤੀ ਗਈ ਸੀ। ਤੇ 1530 ਈਸਵੀ ਦੇ ਵਿੱਚ ਇਹਦੀ ਮੌਤ ਹੋ ਜਾਂਦੀ ਹੈਗੀ। ਤੇ ਇਸ ਤੋਂ ਬਾਅਦ ਹਿਮਾਯੂ ਜਿਹੜਾ ਹੈਗਾ ਉਹਦੇ ਦੁਆਰਾ
1530 ਈਸਵੀ ਤੋਂ 1540 ਈਸਵੀ ਤੱਕ ਪਹਿਲਾਂ ਸ਼ਾਸਨ ਕੀਤਾ ਜਾਂਦਾ ਹੈਗਾ ਤੇ ਇਸ ਦੇ ਵਿੱਚ ਆਪਾਂ ਨੂੰ ਜਿਹੜਾ ਸ਼ੇਰ ਸ਼ਾਹ ਸੂਰੀ ਆਪਾਂ ਨੂੰ ਦੇਖਣ ਨੂੰ ਮਿਲਦਾ ਹੈਗਾ, ਜਿਹੜਾ ਕਿ ਭਾਰਤ ਦੇ ਉੱਪਰ ਇਸ ਟਾਈਮ ਇਹਦੇ ਜਿਹੜਾ ਟਾਈਮ ਦੇ ਵਿੱਚ ਜਿਹੜਾ 15 ਸਾਲ ਤੱਕ ਜਿਹੜਾ ਸ਼ਾਸਨ ਕਰਦਾ ਹੈਗਾ ਉਹ ਜਿਹੜਾ ਸ਼ੇਰ ਸ਼ਾਹ ਸੂਰੀ ਦੁਆਰਾ ਭਾਰਤ ਦੇ ਉੱਪਰ ਕੀਤਾ ਜਾਂਦਾ ਹੈ। ਇਸ ਤੋਂ ਅੱਗੇ ਜਿਹੜਾ 1555 ਈਸਵੀ ਤੋਂ 56 ਈਸਵੀ ਤੱਕ ਹਿਮਾਯੂ ਹੈਗਾ ਉਹਦੇ ਦੁਆਰਾ ਦੁਬਾਰਾ ਤੋਂ ਭਾਰਤ ਦੇ ਉੱਪਰ ਕਬਜ਼ਾ ਕਰ ਲਿਆ ਜਾਂਦਾ ਹੈਗਾ, ਕਿਉਂਕਿ ਜਿਹੜਾ ਸ਼ੇਰ ਸ਼ਾਹ ਸੂਰੀ ਦਾ ਵੰਸ਼ ਹੈਗਾ ਜਾਂ ਫਿਰ ਜਿਹੜਾ ਦੂਸਰਾ ਅਫਗਾਨ ਵੰਸ਼ ਆਪਾਂ ਨੂੰ ਦੇਖਣ ਨੂੰ ਮਿਲਦਾ ਹੈਗਾ ਤੇ ਇਹ ਜਦੋਂ ਕਮਜ਼ੋਰ ਹੋ ਜਾਂਦੇ ਨੇ ਸ਼ਾਸਕ ਇਹਨਾਂ ਦੇ, ਤਾਂ ਉਸ ਟਾਈਮ ਤੇ ਭਾਰਤ ਦੇ ਉੱਪਰ ਹਿਮਾਯੂ ਦੇ ਦੁਆਰਾ ਹਮਲਾ ਕੀਤਾ ਜਾਂਦਾ ਹੈ ਤੇ ਇਸ ਦੇ ਨਾਲ ਜਦੋਂ ਯੁੱਧ ਜਿੱਤ ਜਾਂਦਾ ਹੈ ਤਾਂ ਭਾਰਤ ਦੇ ਉੱਪਰ ਜਿਹੜਾ ਮੁੜ ਤੋਂ ਆਪਣਾ ਜਿਹੜਾ ਰਾਜ ਸਥਾਪਿਤ ਕਰ ਲੈਂਦਾ ਹੈਗਾ ਜਲਾਲੂਦੀਨ ਮੁਹੰਮਦ ਅਕਬਰ। ਇਹਨਾਂ ਨੇ ਜਿਹੜਾ 1556 ਤੋਂ 1605 ਈਸਵੀ ਤੱਕ ਸ਼ਾਸਨ ਕੀਤਾ ਹੈਗਾ। ਅੱਗੇ ਆਪਾਂ ਦੇਖਦੇ ਹੈਗੇ ਜਹਾਂਗੀਰ ਦੇ ਬਾਰੇ ਵਿੱਚ, ਜਿਨ੍ਹਾਂ ਨੇ 1605 ਈਸਵੀ ਤੋਂ 1627 ਈਸਵੀ ਤੱਕ ਸ਼ਾਸਨ ਕੀਤਾ। ਅੱਗੇ ਸ਼ਾਹਜਹਾਂ ਹੈਗੇ ਨੇ, ਜਿਨ੍ਹਾਂ ਨੇ 1628 ਤੋਂ 1657 ਈਸਵੀ ਤੱਕ ਸ਼ਾਸਨ ਕੀਤਾ। ਇਸ ਤੋਂ ਅੱਗੇ ਆਪਾਂ ਔਰੰਗਜ਼ੇਬ ਦੀ ਗੱਲ ਕਰਾਂਗੇ, ਜਿਸ ਨੇ 1658 ਤੋਂ 1707 ਈਸਵੀ ਤੱਕ ਸ਼ਾਸਨ ਕੀਤਾ। ਤੇ ਇਹ ਜੇ ਆਪਾਂ ਇਹਨਾਂ ਦੀ ਗੱਲ ਕਰੀਏ ਤਾਂ ਜਿੰਨੇ ਵੀ ਸ਼ਾਸਕ ਹੈਗੇ ਨੇ ਇਹ ਸਿੱਖ ਗੁਰੂ ਸਾਹਿਬਾਨਾਂ ਦੇ ਟਾਈਮ ਤੇ ਹੋਏ ਨੇ। ਇਸ ਤੋਂ ਅੱਗੇ ਬਹਾਦਰ ਸ਼ਾਹ ਦੀ ਗੱਲ ਕਰਾਂਗੇ ਆਪਾਂ। ਬਹਾਦਰ ਸ਼ਾਹ ਜਿਹੜਾ ਹੈਗਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਬਾਬਰ ਦੇ ਬਾਰੇ ਵਿੱਚ, ਜਿਸ ਨੇ 1526 ਤੋਂ 1523 ਈਸਵੀ ਤੱਕ ਸ਼ਾਸਨ ਕੀਤਾ ਸੀ ਤੇ ਇਹ ਮੁਗਲ ਸਾਮਰਾਜ ਦਾ ਪਹਿਲਾ ਬਾਦਸ਼ਾਹ ਆਪਾਂ ਨੂੰ ਦੇਖਣ ਨੂੰ ਮਿਲਦਾ ਹੈਗਾ ਭਾਰਤ ਦੇ ਵਿੱਚ। ਇਹਨੇ ਜਿਹੜਾ ਦੌਲਤ ਖਾਨ ਲੋਧੀ ਜਾਂ ਫਿਰ ਮੇਵਾੜ ਦੇ ਸ਼ਾਸਕ ਜਿਹੜਾ ਮਹਾਰਾਣਾ ਸਾਂਗਾ ਹੈਗਾ, ਇਹਨਾਂ ਦੇ ਸੱਦੇ ਤੇ ਭਾਰਤ ਦੇ ਉੱਪਰ ਹਮਲਾ ਕੀਤਾ ਸੀ ਤੇ ਕਾਬੁਲ ਦੇ ਵਿੱਚ ਜਿਹੜਾ ਸ਼ਾਸਕ ਸੀਗਾ ਉਸ ਟਾਈਮ ਤੇ। ਇਸ ਤੋਂ ਅੱਗੇ ਆਪਾਂ ਇਹਦੀਆਂ ਜਿੱਤਾਂ ਦੀ ਗੱਲ ਕਰਾਂਗੇ ਬਾਬਰ ਦੀਆਂ ਤੇ ਇਹਦੇ ਵਿੱਚ ਆਪਾਂ ਦੇਖਦੇ ਹੈਗੇ ਕਿ ਬਾਬਰ ਨੇ 1526 ਈਸਵੀ ਦੇ ਵਿੱਚ ਪਾਣੀਪਤ ਦੀ ਜਿਹੜੀ ਪਹਿਲੀ ਲੜਾਈ ਲੜੀ ਸੀ ਤੇ ਇਹਦੇ ਵਿੱਚ ਇਸ ਨੇ ਜਿਹੜਾ ਇਬਰਾਹਿਮ ਲੋਧੀ ਹੈਗਾ ਉਸ ਨੂੰ ਹਰਾਇਆ ਸੀ। ਇਸ ਤੋਂ ਅੱਗੇ ਉਸਨੇ ਬਾਅਦ 'ਚ ਭਾਰਤ ਦੇ ਉੱਪਰ ਜਿਹੜਾ ਕਬਜ਼ਾ ਕਰ ਲਿਆ ਤੇ ਇਹਦੇ ਨਾਲ ਹੀ ਜਿਹੜਾ ਦਿੱਲੀ ਤੇ ਕਬਜ਼ਾ ਕੀਤਾ ਤੇ ਇਸ ਤੋਂ ਅੱਗੇ ਚੱਲ ਕੇ ਜਿਹੜਾ ਉਸਨੇ ਆਗਰਾ ਦੇ ਉੱਪਰ ਵੀ ਕਬਜ਼ਾ ਕਰ ਲਿਆ, ਜਿਹੜੀ ਕਿ ਉਸ ਟਾਈਮ ਤੇ ਲੋਧੀ ਸ਼ਾਸਕਾਂ ਦੀ ਰਾਜਧਾਨੀ ਸੀਗੀ। ਤੇ ਬਾਬਰ ਜਿਹੜਾ ਹੈਗਾ ਉਹ ਮਹਾਰਾਣਾ ਸਾਂਗਾ ਦੇ ਨਾਲ ਨਾਰਾਜ਼ ਸੀ, ਕਿਉਂਕਿ ਮਹਾਰਾਣਾ ਸਾਂਗਾ ਨੇ ਉਹਨੂੰ ਭਾਰਤ ਦੇ ਉੱਪਰ ਹਮਲਾ ਕਰਨ ਲਈ ਕਿਹਾ ਸੀ ਤੇ ਨਾਲ ਹੀ ਉਹਨਾਂ ਨੂੰ ਮਦਦ ਦੇਣ ਦੀ ਗੱਲ ਵੀ ਕੀਤੀ ਸੀ, ਜਿਹੜੀ ਕਿ ਉਹਨਾਂ ਦੁਆਰਾ ਨਹੀਂ ਦਿੱਤੀ ਗਈ ਸੀਗੀ। ਤੇ ਇਸ ਲਈ ਜਿਹੜਾ ਬਾਬਰ ਹੈਗਾ ਉਹਨਾਂ ਦੇ ਵਿਰੁੱਧ ਵੀ ਜਿਹੜਾ ਇੱਕ ਸੈਨਾ ਲੈ ਕੇ ਚੱਲਦਾ ਹੈਗਾ ਤੇ ਇਹਨੂੰ ਇਹ ਯੁੱਧ ਜਿਹੜਾ ਹੈਗਾ ਕਾਨਵਾ ਦੇ ਵਿੱਚ ਹੁੰਦਾ ਹੈਗਾ ਤੇ ਇਸ ਨੂੰ ਜਿਹੜਾ ਕਾਨਵਾ ਦਾ ਯੁੱਧ ਬੋਲਿਆ ਜਾਂਦਾ ਹੈ, ਜਿਹੜਾ ਕਿ 1527 ਈਸਵੀ ਦੇ ਵਿੱਚ ਲੜਿਆ ਗਿਆ ਸੀਗਾ। ਤੇ ਇਸ ਦੇ ਵਿੱਚ ਜਿਹੜਾ ਬਾਬਰ ਹੈਗਾ ਉਸ ਨੂੰ ਜਿੱਤ ਪ੍ਰਾਪਤ ਹੁੰਦੀ ਹੈਗੀ ਤੇ ਮਹਾਰਾਣਾ ਸਾਂਗਾ ਦੀ ਇਹਦੇ ਵਿੱਚ ਹਾਰ ਹੋ ਜਾਂਦੀ ਹੈ। ਇਸ ਦੇ ਨਾਲ ਹੀ ਆਪਾਂ ਦੇਖਦੇ ਹੈਗੇ ਕਿ ਉਹਦਾ ਜਿਹੜਾ ਉੱਤਰ ਭਾਰਤ ਦੇ ਅਧਿਕਾਰ ਹੋ ਜਾਂਦਾ ਹੈਗਾ। ਇਸ ਤੋਂ ਅੱਗੇ 1528 ਈਸਵੀ ਦੇ ਵਿੱਚ ਚੰਦੇਰੀ ਦੀ ਲੜਾਈ ਜਿਹੜੀ ਹੈਗੀ ਹੈ ਰਾਜਪੂਤਾਂ ਦੇ ਵਿਰੁੱਧ ਲੜੀ ਗਈ ਸੀ ਤੇ ਇਹਦੇ ਵਿੱਚ ਵੀ ਬਾਬਰ ਨੂੰ ਜਿਹੜੀ ਸਫਲਤਾ ਪ੍ਰਾਪਤ ਹੁੰਦੀ ਹੈਗੀ। ਇਸ ਦੇ ਵਿੱਚ ਜਿਹੜੇ ਰਾਜਪੂਤ ਹੈਗੇ ਉਹਨਾਂ ਨੂੰ ਬੁਰੀ ਤਰ੍ਹਾਂ ਹਾਰ ਦਾ ਮੂੰਹ ਦੇਖਣਾ ਪੈਂਦਾ ਹੈਗਾ। ਇਸ ਤੋਂ ਅੱਗੇ 1529 ਈਸਵੀ ਦੇ ਵਿੱਚ ਬਾਬਰ ਨੇ ਜਿਹੜਾ ਅਫਗਾਨਾਂ ਨੂੰ ਘਾਗਰਾ ਦੇ ਯੁੱਧ ਵਿੱਚ ਹਰਾਇਆ ਸੀਗਾ ਤੇ 1530 ਦੇ ਵਿੱਚ ਬਾਬਰ ਦੀ ਮੌਤ ਹੋ ਜਾਂਦੀ ਹੈਗੀ ਤੇ ਇਸ ਦੇ ਨਾਲ ਹੀ ਜਿਹੜਾ ਹਿਮਾਯੂ ਹੈਗਾ ਉਸ ਤੋਂ ਅੱਗੇ ਚੱਲ ਕੇ ਜਿਹੜਾ ਉਹਦਾ ਉੱਤਰਾਧਿਕਾਰੀ ਬਣਦਾ ਹੈ। ਅੱਗੇ ਆਪਾਂ ਗੱਲ ਕਰਾਂਗੇ ਹਿਮਾਯੂ ਦੇ ਬਾਰੇ ਵਿੱਚ, ਜਿਹੜਾ 1530 ਈਸਵੀ ਦੇ ਜਦੋਂ ਬਾਬਰ ਦੀ ਮੌਤ ਹੋ ਜਾਂਦੀ ਹੈ ਤਾਂ ਉਸਦਾ ਪੁੱਤਰ ਜਿਹੜਾ ਹੈਗਾ ਹਿਮਾਯੂ ਮੁਗਲ ਬਾਦਸ਼ਾਹ ਬਣਦਾ ਹੈਗਾ ਤੇ ਇਸ ਤੋਂ ਅੱਗੇ ਆਪਾਂ ਦੇਖਦੇ ਹਾਂ 1540 ਈਸਵੀ ਵਿੱਚ ਸ਼ੇਰ ਸ਼ਾਹ ਸੂਰੀ ਦੁਆਰਾ ਇਸ ਨੂੰ ਜਿਹੜਾ ਹਰਾ ਦਿੱਤਾ ਜਾਂਦਾ ਹੈ। ਭਾਰਤ ਦੇ ਵਿੱਚੋਂ ਹੀ ਉਸ ਦੇ ਦੁਆਰਾ ਹਿਮਾਯੂ ਨੂੰ ਕੱਢ ਦਿੱਤਾ ਗਿਆ ਸੀ ਤੇ 1555 ਈਸਵੀ ਦੇ ਵਿੱਚ ਹਿਮਾਯੂ ਨੇ ਜਿਹੜਾ ਸ਼ੇਰ ਸ਼ਾਹ ਸੂਰੀ ਦੇ ਉੱਤਰਾਧਿਕਾਰੀ ਹੈਗੇ ਨੇ ਸਿਕੰਦਰ ਸੂਰੀ, ਉਸ ਨੂੰ ਹਰਾ ਕੇ ਜਿਹੜਾ ਦਿੱਲੀ ਤੇ ਕਬਜ਼ਾ ਕਰ ਲਿਆ ਸੀ ਤੇ 1556 ਈਸਵੀ ਤੱਕ ਜਿਹੜਾ ਉਸਨੇ ਸ਼ਾਸਨ ਕੀਤਾ, 1 ਸਾਲ ਜਪ ਗਈ ਤਾਂ ਤੇ ਉਸ ਤੋਂ ਬਾਅਦ ਉਹਦੀ ਮੌਤ ਹੋ ਜਾਂਦੀ ਹੈ ਤੇ ਅੱਗੇ ਆਪਾਂ ਨੂੰ ਅਕਬਰ ਦੇਖਣ ਨੂੰ ਮਿਲਦਾ ਹੈਗਾ। ਅੱਗੇ ਆਪਾਂ ਗੱਲ ਕਰਾਂਗੇ ਅਕਬਰ ਦੇ ਬਾਰੇ ਵਿੱਚ, ਜਿਸ ਨੇ 1556 ਤੋਂ 1605 ਈਸਵੀ ਤੱਕ ਸ਼ਾਸਨ ਕੀਤਾ ਤੇ ਜਦੋਂ ਹਿਮਾਯੂ ਦੀ ਮੌਤ ਹੋ ਜਾਂਦੀ ਹੈਗੀ ਹੈ 14 ਫਰਵਰੀ 1556 ਈਸਵੀ ਨੂੰ ਤੇ ਉਹਦੇ ਵਿੱਚ ਅਕਬਰ ਜਿਹੜਾ ਹੈਗਾ ਉਸ ਟਾਈਮ ਤੇ ਨਾਬਾਲਿਗ ਆਪਾਂ ਨੂੰ ਦੇਖਣ ਨੂੰ ਮਿਲਦਾ ਹੈਗਾ ਤੇ ਕਲਾਨੌਰ ਦੇ ਵਿੱਚ ਜਿਹੜਾ ਅਕਬਰ ਦਾ ਗੁਰੂ ਹੈਗਾ ਬੈਰਮ ਖਾਂ, ਉਸ ਦੇ ਦੁਆਰਾ ਉਸ ਨੂੰ ਜਿਹੜਾ ਮੁਗਲ ਰਾਜਗੱਦੀ ਜਿਹੜੀ ਹੈਗੀ ਉਹਦੇ ਉੱਪਰ ਬਿਠਾਇਆ ਜਾਂਦਾ ਹੈਗਾ। ਕਲਾਨੌਰ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਇਹ ਗੁਰਦਾਸਪੁਰ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦਾ ਹੈਗਾ। ਜਿਸ ਤਰ੍ਹਾਂ ਆਪਾਂ ਪਹਿਲਾਂ ਹਿਮਾਯੂ ਦੇ ਬਾਰੇ ਵਿੱਚ ਗੱਲ ਕੀਤੀ ਹੈ, ਜਿਸ ਨੇ ਸਿਕੰਦਰ ਸੂਰੀ ਨੂੰ ਜਿਹੜਾ ਸ਼ੇਰ ਸ਼ਾਹ ਸੂਰੀ ਦਾ ਵੰਸ਼ਜ ਹੈਗਾ ਉਸ ਨੂੰ ਹਰਾ ਕੇ ਜਿਹੜਾ ਭਾਰਤ ਦੇ ਉੱਪਰ ਭਾਰਤ ਦੇ ਵਿੱਚੋਂ ਇੰਟਰ ਹੋ ਜਾਂਦਾ ਹੈਗਾ ਤੇ ਇਸ ਦੇ ਵਿੱਚ ਆਪਾਂ ਦੇਖਦੇ ਹੈਗੇ ਕਿ ਜਿਹੜਾ ਅਕਬਰ ਹੈਗਾ ਉਹ ਜਦੋਂ ਗੱਦੀ ਦੇ ਉੱਪਰ ਬੈਠਦਾ ਹੈ ਤਾਂ ਉਹ ਜਲਦੀ ਜਿਹੜਾ ਦਿੱਲੀ ਤੇ ਆਗਰੇ ਨੂੰ ਮੁੜ ਤੋਂ ਆਪਣੇ ਜਿਹੜਾ ਕਬਜ਼ੇ ਵਿੱਚ ਕਰ ਲੈਂਦਾ ਹੈਗਾ ਤੇ 1556 ਈਸਵੀ ਦੇ ਵਿੱਚ ਅਫਗਾਨਿਸਤਾਨ ਦੇ ਜਿਹੜਾ ਸੈਨਾਪਤੀ ਸੀਗਾ ਹਿੰਮੂ, ਉਹਦੇ ਨਾਲ ਪਾਣੀਪਤ ਦੇ ਯੁੱਧ ਵਿੱਚ ਉਸ ਨੂੰ ਜਿਹੜਾ ਉਹਦੇ ਨਾਲ ਮੁਕਾਬਲਾ ਕਰਨਾ ਪੈਂਦਾ ਹੈ ਤੇ ਅਕਬਰ ਦੀ ਇਸ ਲੜਾਈ ਵਿੱਚ ਜਿੱਤ ਹੁੰਦੀ ਹੈ ਤੇ ਹਿੰਮੂ ਜਿਹੜਾ ਹੈਗਾ ਉਸ ਦੀ ਮੌਤ ਹੋ ਜਾਂਦੀ ਹੈ ਯੁੱਧ ਦੇ ਵਿੱਚ। ਹਿੰਮੂ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਹਿੰਮੂ ਜਿਹੜਾ ਸ਼ੇਰ ਸ਼ਾਹ ਸੂਰੀ ਹੈਗਾ ਉਹਦਾ ਜਿਹੜਾ ਵੰਸ਼ਜ ਹੈ ਉਸਦਾ ਜਿਹੜਾ ਸੈਨਾਪਤੀ ਸੀਗਾ। 1560 ਈਸਵੀ ਦੇ ਵਿੱਚ ਜਿਹੜਾ ਅਕਬਰ ਹੈਗਾ ਉਸਨੇ ਬੈਰਮ ਖਾਨ ਦੀ ਜਿਹੜੀ ਨਵਾਬਸ਼ਾਹੀ ਸੀ ਉਸ ਨੂੰ ਖਤਮ ਕਰ ਦਿੱਤਾ ਸੀ ਤੇ ਸਰਕਾਰ ਤੇ ਜਿਹੜਾ ਆਪਣਾ ਕਬਜ਼ਾ ਕਰ ਲਿਆ ਸੀ। ਆਪਾਂ ਦੇਖਦੇ ਹੈਗੇ ਕਿ ਜਦੋਂ ਅਕਬਰ ਛੋਟਾ ਹੈਗਾ ਤਾਂ ਉਸ ਦਾ ਜਿਹੜਾ ਸਾਰਾ ਜੋ ਵੀ ਸ਼ਾਸਨ ਪ੍ਰਬੰਧ ਹੈਗਾ ਤਾਂ ਉਸ ਦੇ ਜਿਹੜਾ ਗੁਰੂ ਹੈਗਾ ਬੈਰਮ ਖਾਨ ਉਹਦੇ ਦੁਆਰਾ ਚਲਾਇਆ ਜਾਂਦਾ ਹੈ ਤੇ ਫਿਰ ਅੱਗੇ ਚੱਲ ਕੇ 1560 ਈਸਵੀ ਦੇ ਵਿੱਚ ਅਕਬਰ ਜੋ ਹੈਗਾ ਪੂਰੇ ਦੇ ਪੂਰਾ ਜਿੰਨੀ ਵੀ ਰਾਜ ਦੀ ਵਾਗਡੋਰ ਹੈਗੀ ਸਾਰੇ ਆਪਣੇ ਹੱਥਾਂ ਵਿੱਚ ਲੈ ਲੈਂਦਾ ਹੈਗਾ ਤੇ ਬੈਰਮ ਖਾਨ ਜਿਹੜਾ ਹੈਗਾ ਉਸ ਨੂੰ ਮੱਕੇ ਭੇਜ ਦਿੰਦਾ ਹੈ ਯਾਤਰਾ ਦੇ ਲਈ। ਅਕਬਰ ਦੀਆਂ ਜੇਕਰ ਆਪਾਂ ਜਿੱਤਾਂ ਦੀ ਗੱਲ ਕਰੀਏ ਤਾਂ ਅਕਬਰ ਨੇ ਆਪਣੇ ਸਾਮਰਾਜ ਦਾ ਵਿਸਥਾਰ ਕਰਨ ਲਈ ਗਵਾਲੀਅਰ, ਜੌਨਪੁਰ, ਅਜਮੇਰ ਤੇ ਮਾਲਵਾ ਤੇ ਜਿਹੜੀਆਂ ਆਪਣਾ ਕਬਜ਼ਾ ਕੀਤਾ ਸੀਗਾ। ਇਸ ਤੋਂ ਇਲਾਵਾ ਆਪਾਂ ਦੇਖਦੇ ਹੈਗੇ ਕਿ ਅਕਬਰ ਰਾਜਪੂਤਾਂ ਨਾਲ ਜਿਹੜਾ ਦੋਸਤਾਨਾ ਸੰਬੰਧ ਕਾਇਮ ਕਰਦਾ ਹੈਗਾ ਤੇ ਇਸ ਤੋਂ ਇਲਾਵਾ ਉਹ
ਰਾਜਪੂਤ ਰਾਜਕੁਮਾਰੀਆਂ ਹੈਗੀਆਂ ਉਹਨਾਂ ਨਾਲ ਜਿਹੜੇ ਵਿਆਹ ਵੀ ਉਸ ਦੇ ਦੁਆਰਾ ਕਰਵਾਏ ਗਏ ਸੀ ਤੇ ਵਿਆਹਕ ਸੰਧੀਆਂ ਜਿਸ ਨੂੰ ਆਪਾਂ ਕਹਿ ਸਕਦੇ ਹਾਂ ਇਹਦੇ ਰਾਹੀਂ ਉਹਨਾਂ ਨੇ ਰਾਜਪੂਤਾਂ ਦੇ ਨਾਲ ਜਿਹੜੇ ਸੰਬੰਧ ਹੈਗੇ ਨੇ ਉਹ ਹੋਰ ਜ਼ਿਆਦਾ ਮਜ਼ਬੂਤ ਕਰ ਲਏ ਸੀ। ਤੇ ਉਸਦੇ ਸ਼ਾਸਨ ਪ੍ਰਬੰਧ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਉਸ ਦੇ ਵਿੱਚ ਵੀ ਜਿਹੜੇ ਰਾਜਪੂਤ ਹੈਗੇ ਨੇ ਉਹਨਾਂ ਨੂੰ ਕਾਫੀ ਉੱਚੇ ਅਹੁਦੇ ਦਿੱਤੇ ਗਏ ਸੀ। ਤੇ ਇਸ ਤੋਂ ਇਲਾਵਾ ਆਪਾਂ ਗੱਲ ਕਰਾਂਗੇ ਰਾਜਾ ਮਾਨ ਸਿੰਘ ਦੇ ਬਾਰੇ ਵਿੱਚ, ਜਿਹੜਾ ਕਿ ਇੱਕ ਬਹੁਤ ਹੀ ਮਹੱਤਵਪੂਰਨ ਤੇ ਵਫਾਦਾਰ ਅਫਸਰ ਆਪਾਂ ਨੂੰ ਦੇਖਣ ਨੂੰ ਮਿਲਦਾ ਹੈਗਾ, ਜਿਹੜਾ ਕਿ ਰਾਜਪੂਤ ਸੀਗਾ ਜੋ ਕਿ ਅਕਬਰ ਦੇ ਦਰਬਾਰ ਦੇ ਵਿੱਚ ਉਸ ਨੂੰ ਜਿਹੜਾ ਵਧੀਆ ਅਹੁਦਾ ਪ੍ਰਾਪਤ ਸੀਗਾ। ਜੇਕਰ ਮੁਗਲ ਸਾਮਰਾਜ ਦੇ ਪ੍ਰਤੀ ਉਹਦੀ ਜਿਹੜੀ ਵਫਾਦਾਰੀ ਦੀ ਗੱਲ ਕਰੀਏ ਤਾਂ ਉਹ ਰਾਜਪੂਤਾਂ ਦੇ ਖਿਲਾਫ ਵੀ ਲੜਿਆ ਹੈਗਾ ਇਹ, ਜਿਹੜੇ ਕਿ ਅਕਬਰ ਦੇ ਖਿਲਾਫ ਸੀ। ਇਹਦੇ ਵਿੱਚ ਆਪਾਂ ਮੇਨ ਗੱਲ ਕਰੀਏ ਤਾਂ ਮਹਾਰਾਣਾ ਪ੍ਰਤਾਪ ਆਪਾਂ ਨੂੰ ਦੇਖਣ ਨੂੰ ਮਿਲਦੇ ਹੈਗੇ ਨੇ, ਜਿਨ੍ਹਾਂ ਦੇ ਖਿਲਾਫ ਰਾਜਾ ਮਾਨ ਸਿੰਘ ਅਕਬਰ ਵੱਲੋਂ ਲੜਿਆ ਸੀਗਾ। ਅਕਬਰ ਜਿਹੜਾ ਹੈਗਾ ਸਾਰੇ ਭਾਰਤ ਦੇ ਉੱਪਰ ਕਬਜ਼ਾ ਕਰਨਾ ਚਾਹੁੰਦਾ ਸੀ। ਉਸਨੇ ਜਿਹੜਾ ਗੁਜਰਾਤ ਤੇ ਬੰਗਾਲ ਨੂੰ ਵੀ ਜਿੱਤ ਲਿਆ ਸੀਗਾ। ਇਸ ਤੋਂ ਇਲਾਵਾ 1595 ਈਸਵੀ ਦੇ ਵਿੱਚ ਉਸਨੇ ਜਿਹੜਾ ਕਸ਼ਮੀਰ, ਸਿੰਧ ਤੇ ਉੜੀਸਾ, ਇਸ ਤੋਂ ਇਲਾਵਾ ਜਿਹੜਾ ਮੱਧ ਭਾਰਤ ਦਾ ਜਿਹੜਾ ਜ਼ਿਆਦਾ ਹਿੱਸਾ, ਇਸ ਤੋਂ ਇਲਾਵਾ ਜਿਹੜਾ ਕੰਧਾਰ ਹੈਗਾ ਉਹਦੇ ਉੱਤੇ ਵੀ ਜਿਹੜਾ ਉਹਦੇ ਦੁਆਰਾ ਕਬਜ਼ਾ ਕਰ ਲਿਆ ਗਿਆ ਸੀਗਾ। ਉਸਨੇ ਉੱਤਰ ਪੱਛਮ ਵਿੱਚ ਕਸ਼ਮੀਰ, ਸਿੰਧ, ਕਾਬੁਲ, ਕੰਧਾਰ ਨੂੰ ਵੀ ਜਿਹੜਾ ਆਪਣੇ ਸਾਮਰਾਜ ਵਿੱਚ ਸ਼ਾਮਿਲ ਕੀਤਾ ਸੀ। ਮੁਗਲਾਂ ਨੇ ਜਿਹੜਾ ਬਰਾਰ ਖਾਨ ਦੇ ਨੂੰ ਵੀ ਜਿਹੜਾ ਆਪਣੇ ਅਧਿਕਾਰ ਵਿੱਚ ਕਰ ਲਿਆ ਸੀ, ਜਿਹੜੇ ਕਿ ਆਪਾਂ ਨੂੰ ਦੱਖਣ ਭਾਰਤ ਦੇ ਵਿੱਚ ਦੇਖਣ ਨੂੰ ਮਿਲਦੇ ਹੈਗੇ ਨੇ। ਇਹ ਤਿੰਨੇ ਵਾਲੇ ਰਾਜਾਂ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਅਕਬਰ ਦੇ ਦੁਆਰਾ ਜਿਹੜਾ ਭਾਰਤ ਦੇ ਵਿੱਚ ਕਾਫੀ ਜਿਹੜਾ ਸਾਮਰਾਜ ਦਾ ਵਿਸਥਾਰ ਕੀਤਾ ਗਿਆ ਸੀ ਤੇ ਬਹੁਤ ਵੱਡੇ ਹਿੱਸੇ ਦਾ ਜਿਹੜਾ ਬਾਦਸ਼ਾਹ ਬਣ ਚੁੱਕਾ ਸੀਗਾ। ਅੱਗੇ ਆਪਾਂ ਗੱਲ ਕਰਾਂਗੇ ਅਕਬਰ ਦਾ ਸ਼ਾਸਨ ਪ੍ਰਬੰਧ, ਤੇ ਇਹਦੇ ਵਿੱਚ ਆਪਾਂ ਦੇਖਦੇ ਹੈਗੇ ਜਿਹੜਾ ਅਸਲ ਨਿਰਮਾਤਾ ਹੈਗਾ ਇਹ ਮੁਗਲ ਸ਼ਾਸਨ ਪ੍ਰਬੰਧ ਦਾ, ਉਹ ਅਕਬਰ ਖੁਦ ਸੀਗਾ। ਤੇ ਉਸਨੇ ਜਿਹੜਾ ਸ਼ਾਸਨ ਪ੍ਰਬੰਧ ਵਿੱਚ ਬਹੁਤ ਸਾਰੇ ਸੁਧਾਰ ਕੀਤੇ ਸੀ। ਤੇ ਜੇ ਆਪਾਂ ਗੱਲ ਕਰੀਏ ਕੇਂਦਰੀ ਸ਼ਾਸਨ ਪ੍ਰਬੰਧ ਦੀ, ਤੇ ਇਹਦੇ ਵਿੱਚ ਜਿਹੜਾ ਰਾਜਾ ਹੈਗਾ ਏ ਉਹ ਜਿਹੜਾ ਸੈਨਿਕ ਤੇ ਜਿਹੜੀਆਂ ਸਿਵਲ ਸ਼ਾਸਨ ਪ੍ਰਬੰਧ ਹੈਗਾ ਉਹਦਾ ਮੁਖੀਆ ਹੁੰਦਾ ਸੀ। ਉਸਦੀ ਸਹਾਇਤਾ ਲਈ ਜਿਹੜੇ ਮੰਤਰੀ ਹੁੰਦੇ ਸੀ, ਜਿਵੇਂ ਕਿ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਸ਼ਾਸਕਾਂ ਦੀ। ਤੇ ਇਹਦੇ ਵਿੱਚ ਆਪਾਂ ਦੇਖਦੇ ਹੈਗੇ ਕਿ ਜਿਹੜਾ ਪ੍ਰਮੁੱਖ ਜਿਹੜਾ ਮੰਤਰੀ ਹੈਗਾ ਉਸ ਨੂੰ ਵਕੀਲ ਬੋਲਿਆ ਜਾਂਦਾ ਸੀਗਾ, ਦੀਵਾਨ ਆਲਾ, ਮੀਰ ਬਖਸ਼ੀ, ਸਦਰ ਸਦੂਰ, ਫੌਜਦਾਰ, ਕੋਤਵਾਲ, ਜਿਹੜੇ ਬਾਕੀ ਵੀ ਜਿਹੜੇ ਇਹਨਾਂ ਦੇ ਮਹੱਤਵਪੂਰਨ ਮੰਤਰੀ ਹੈਗੇ ਨੇ ਅਕਬਰ ਦੇ ਟਾਈਮ ਤੇ। ਅੱਗੇ ਆਪਾਂ ਗੱਲ ਕਰਾਂਗੇ ਪ੍ਰਾਂਤਿਕ ਸ਼ਾਸਨ ਪ੍ਰਬੰਧ ਦੀ, ਤੇ ਇਸ ਦੇ ਵਿੱਚ ਆਪਾਂ ਦੇਖਦੇ ਹੈਗੇ ਕਿ ਸ਼ਾਸਨ ਪ੍ਰਬੰਧ ਨੂੰ ਵਧੀਆ ਤਰੀਕੇ ਨਾਲ ਚਲਾਉਣ ਲਈ ਅਕਬਰ ਦੇ ਦੁਆਰਾ ਜਿਹੜਾ ਮੁਗਲ ਸਾਮਰਾਜ ਹੈਗਾ ਉਹਨੂੰ 15 ਪ੍ਰਾਂਤਾਂ ਦੇ ਵਿੱਚ ਵੰਡਿਆ ਗਿਆ ਸੀ। ਜਿਹੜੇ ਪ੍ਰਾਂਤ ਹੈਗੇ ਨੇ ਉਹਨਾਂ ਨੂੰ ਸੂਬੇ ਵੀ ਬੋਲਿਆ ਜਾਂਦਾ ਸੀਗਾ। ਅੱਗੇ ਆਪਾਂ ਗੱਲ ਕਰਾਂਗੇ ਸੂਬੇਦਾਰ ਦੇ ਬਾਰੇ ਵਿੱਚ, ਜਿਹੜਾ ਕਿ ਪ੍ਰਾਂਤ ਦਾ ਮੁਖੀਆ ਹੁੰਦਾ ਸੀ, ਕਿਉਂਕਿ ਪ੍ਰਾਂਤ ਨੂੰ ਉਸ ਟਾਈਮ ਤੇ ਸੂਬਾ ਬੋਲਿਆ ਜਾਂਦਾ ਸੀ ਤੇ ਇਸ ਲਈ ਜਿਹੜਾ ਉਸਨੂੰ ਸੂਬੇਦਾਰ ਬੋਲਿਆ ਜਾਂਦਾ ਸੀ। ਤੇ ਉਹਦੇ ਜਿਹੜੇ ਕੰਮ ਹੈਗੇ ਨੇ ਉਹ ਪ੍ਰਾਂਤ ਦੇ ਵਿੱਚ ਸ਼ਾਂਤੀ ਸਥਾਪਿਤ ਕਰਨਾ ਤੇ ਜਿਹੜਾ ਕਾਨੂੰਨ ਵਿਵਸਥਾ ਹੈਗੀ ਉਸਨੂੰ ਬਣਾਈ ਰੱਖਣਾ। ਦੀਵਾਨ ਦੀ ਗੱਲ ਕਰੀਏ ਤਾਂ ਇਹ ਵਿੱਤ ਵਿਭਾਗ ਦਾ ਮੁਖੀਆ ਹੁੰਦਾ ਸੀ ਤੇ ਜਿਹੜਾ ਪ੍ਰਾਂਤ ਦੀ ਆਮਦਨ ਤਾਂ ਜਿਹੜਾ ਵਿੱਤ ਹੈਗਾ ਉਹਦਾ ਹਿਸਾਬ ਰੱਖਦਾ ਸੀ। ਬਖਸ਼ੀ ਦੀ ਗੱਲ ਕਰੀਏ ਤਾਂ ਇਹ ਸੈਨਿਕ ਪ੍ਰਬੰਧ ਦੀ ਦੇਖਭਾਲ ਕਰਦਾ ਸੀ ਤੇ ਘੋੜਿਆਂ ਨੂੰ ਦਾਗਣ ਦਾ ਪ੍ਰਬੰਧ ਵੀ ਇਸੇ ਦੇ ਦੁਆਰਾ ਕੀਤਾ ਜਾਂਦਾ ਸੀਗਾ। ਸਦਰ ਦੀ ਜਿਹੜਾ ਆਪਾਂ ਗੱਲ ਕਰਦੇ ਹੈਗੇ ਆ ਤਾਂ ਸਦਰ ਪ੍ਰਾਂਤਾਂ ਦੇ ਜਿਹੜੇ ਸੰਤ ਮਹਾਤਮਾ ਹੈਗੇ ਨੇ ਜਾਂ ਪੀਰ ਫਕੀਰਾਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਵੇਰਵਾ ਇਹਦੇ ਦੁਆਰਾ ਤਿਆਰ ਕੀਤਾ ਜਾਂਦਾ ਸੀ ਸਦਰ ਦੇ ਦੁਆਰਾ। ਵਾਕਨਵੀਸ ਜਿਹੜਾ ਹੈਗਾ ਇਹ ਜਸੂਸੀ ਵਿਭਾਗ ਦਾ ਮੁਖੀ ਹੁੰਦਾ ਸੀ ਤੇ ਪ੍ਰਾਂਤ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਦਾ ਵੇਰਵਾ ਰੱਖਦਾ ਸੀ ਤੇ ਜਿਹੜੀਆਂ ਕਿ ਅਕਬਰ ਤੱਕ ਪਹੁੰਚਾਈਆਂ ਜਾਂਦੀਆਂ ਸੀਗੀਆਂ, ਜੋ ਵੀ ਡਿਟੇਲ ਹੁੰਦੀ ਸੀ। ਕੋਤਵਾਲ ਦੀ ਆਪਾਂ ਗੱਲ ਕਰੀਏ ਤਾਂ ਇਹ ਪੁਲਿਸ ਅਧਿਕਾਰੀ ਹੁੰਦਾ ਸੀ ਤੇ ਸ਼ਹਿਰ ਵਿੱਚ ਸ਼ਾਂਤੀ ਸਥਾਪਿਤ ਕਰਨਾ ਇਹਦਾ ਕੰਮ ਸੀ, ਤੇ ਜਾਂ ਫਿਰ ਸ਼ਹਿਰ ਦੀ ਜਿਹੜੀ ਪਹਿਰੇਦਾਰੀ ਹੈਗੀ ਇਹਦੇ ਦੁਆਰਾ ਕੀਤੀ ਜਾਂਦੀ ਸੀ। ਸਥਾਨਕ ਸ਼ਾਸਨ ਪ੍ਰਬੰਧ ਦੀ ਗੱਲ ਕਰਾਂਗੇ ਤਾਂ ਜਿਹੜਾ ਅਕਬਰ ਦੇ ਟਾਈਮ ਤੇ ਮੁਗਲ ਸਾਮਰਾਜ ਦੇ ਸਥਾਨਕ ਪ੍ਰਬੰਧ ਨੂੰ ਠੀਕ ਢੰਗ ਨਾਲ ਚਲਾਉਣ ਲਈ ਜਿਹੜਾ ਪ੍ਰਾਂਤਾਂ ਨੂੰ ਅੱਗੇ ਜਿਹੜਾ ਸਰਕਾਰਾਂ ਜਾਂ ਫਿਰ ਜ਼ਿਲ੍ਹਿਆਂ ਦੇ ਵਿੱਚ ਵੰਡਿਆ ਜਾਂਦਾ ਸੀ, ਤੇ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਪਰਗਣੇ ਹੁੰਦੇ ਸੀ ਤੇ ਅੱਗੇ ਜਿਹੜਾ ਇਸ ਨੂੰ ਜਿਹੜਾ ਪਿੰਡਾਂ ਦੇ ਵਿੱਚ ਵੰਡਿਆ ਜਾਂਦਾ ਸੀਗਾ। ਜਿਸ ਤਰ੍ਹਾਂ ਕਿ ਆਪਾਂ ਅੱਜ ਕੱਲ੍ਹ ਦੇਖਦੇ ਹੈਗੇ ਹਾਂ ਪਰਗਣਿਆਂ ਨੂੰ ਜਿਹੜਾ ਉਸ ਟਾਈਮ ਤੇ ਪਰਗਣੇ ਬੋਲਿਆ ਜਾਂਦਾ ਸੀ, ਤਾਂ ਅੱਜ ਕੱਲ੍ਹ ਆਪਾਂ ਇਸ ਨੂੰ ਬਲਾਕ ਜਾਂ ਫਿਰ ਤਹਿਸੀਲ ਬੋਲਦੇ ਹੈਗੇ ਆ। ਤੇ ਬਾਕੀ ਜਿਹੜਾ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਆਪਾਂ ਨੂੰ ਅੱਜ ਦੀ ਤਰ੍ਹਾਂ ਹੀ ਦੇਖਣ ਨੂੰ ਮਿਲਦੀਆਂ ਹੈਗੀਆਂ ਨੇ। ਅੱਗੇ ਆਪਾਂ ਗੱਲ ਕਰਾਂਗੇ ਭੂਮੀ ਲਗਾਨ ਪ੍ਰਣਾਲੀ, ਤੇ ਇਹਦੇ ਵਿੱਚ ਆਪਾਂ ਦੇਖਦੇ ਹੈਗੇ ਆ ਕਿ ਜਿਹੜਾ ਜੋ ਵੀ ਜਿਹੜਾ ਲਗਾਨ ਵਗੈਰਾ ਹੁੰਦਾ ਹੈਗਾ ਇਹ ਭੂਮੀ ਲਗਾਨ ਦੀ ਜੇ ਆਪਾਂ ਗੱਲ ਕਰ ਰਹੇ ਹੈਗੇ ਤਾਂ ਉਹ ਸਾਮਰਾਜ ਦੀ ਜਿਹੜੀ ਆਮਦਨ ਦਾ ਮੁੱਖ ਸਰੋਤ ਆਪਾਂ ਨੂੰ ਦੇਖਣ ਨੂੰ ਮਿਲਦਾ ਹੈਗਾ ਏ। ਤੇ ਇਹਦੇ ਵਿੱਚ ਆਪਾਂ ਗੱਲ ਕਰੀਏ ਲਗਾਨ ਦੇ ਬਾਰੇ ਵਿੱਚ ਤਾਂ ਇਹ ਜਿਹੜਾ ਲਗਾਨ ਮੰਤਰੀ ਹੈਗਾ ਅਕਬਰ ਦੇ ਟਾਈਮ ਤੇ ਰਾਜਾ ਟੋਡਰਮੱਲ ਸੀ। ਤੇ ਜੇ ਆਪਾਂ ਪਹਿਲਾਂ ਵੀ ਗੱਲ ਕਰੀਏ ਤਾਂ ਸ਼ੇਰਸ਼ਾਹ ਸੂਰੀ ਦੇ ਟਾਈਮ ਤੇ ਵੀ ਜਿਹੜਾ ਇਹੀ ਜਿਹੜਾ ਵਿਅਕਤੀ ਸੀਗਾ ਰਾਜਾ ਟੋਡਰਮੱਲ, ਇਹਦੇ ਦੁਆਰਾ ਹੀ ਜਿਹੜਾ ਲਗਾਨ ਵਿਭਾਗ ਨਾਲ ਸੰਬੰਧਿਤ ਸਾਰਾ ਕੁਝ ਦੇਖਿਆ ਜਾਂਦਾ ਸੀ। ਤੇ ਉਸੇ ਤਰ੍ਹਾਂ ਹੀ ਜਿਹੜਾ ਅਕਬਰ ਦੇ ਦੁਆਰਾ ਵੀ ਇਸ ਨੂੰ ਜਿਹੜਾ ਨਿਯੁਕਤ ਕੀਤਾ ਗਿਆ ਸੀਗਾ। ਤੇ ਰਾਜਾ ਟੋਡਰਮੱਲ ਦੀ ਸਹਾਇਤਾ ਦੇ ਨਾਲ ਅਕਬਰ ਦੇ ਦੁਆਰਾ ਜਿਹੜਾ ਲਗਾਨ ਵਿਭਾਗ ਹੈਗਾ ਉਹਦੇ ਵਿੱਚ ਕਾਫੀ ਸੁਧਾਰ ਕੀਤੇ ਗਏ ਸੀ ਤੇ ਭੂਮੀ ਦੀ ਮਿਣਤੀ ਕਰਵਾਈ ਗਈ ਸੀ ਤੇ ਜਿਹੜਾ ਭੂਮੀ ਦੀ ਦਰਜਾਬੰਦੀ ਵੀ ਕੀਤੀ ਗਈ ਸੀ, ਜਾਂ ਜਿਸ ਨੂੰ ਵਰਗੀਕਰਨ ਬੋਲਿਆ ਜਾਂਦਾ ਹੈਗਾ। ਤੇ ਮਿਣਤੀ ਦੀ ਗੱਲ ਕਰੀਏ ਤਾਂ ਭੂਮੀ ਨੂੰ ਬਿੱਘਿਆਂ ਵਿੱਚ ਇਹਦੀ ਮਿਣਤੀ ਕੀਤੀ ਗਈ ਸੀਗੀ। ਤੇ ਦਰਜਾਬੰਦੀ ਦੀ ਗੱਲ ਕਰੀਏ ਤਾਂ ਸਾਰੀ ਜਿਹੜੀ ਭੂਮੀ ਹੈਗੀ ਹੈ ਉਸ ਨੂੰ 4 ਭਾਗਾਂ ਦੇ ਵਿੱਚ ਵੰਡਿਆ ਗਿਆ ਸੀ। ਤੇ ਜੇ ਆਪਾਂ ਗੱਲ ਕਰੀਏ 4 ਭਾਗਾਂ ਦੀ, ਤੇ ਇਹਦੇ ਵਿੱਚ ਪਲਾਸ, ਪਰੌਤੀ, ਸ਼ਸਤਰ, ਬੱਜਰ ਜਿਹੜੀਆਂ 4 ਤਰ੍ਹਾਂ ਦੇ ਨਾਲ ਇਸ ਨੂੰ ਡਿਵਾਈਡ ਕੀਤਾ ਗਿਆ ਸੀ। ਤੇ ਪਲਾਸ ਦੀ ਗੱਲ ਕਰੀਏ ਤਾਂ ਇਹ ਸਭ ਤੋਂ ਜਿਹੜੀ ਉਪਜਾਊ ਭੂਮੀ ਹੁੰਦੀ ਸੀ ਤੇ ਇਸ ਵਿੱਚ ਜਿਹੜਾ ਕਿਸੇ ਵੀ ਸਮੇਂ ਕੋਈ ਵੀ ਫਸਲ ਜਿਹੜੀ ਬੀਜੀ ਜਾ ਸਕਦੀ ਸੀ। ਪਰੌਤੀ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਇਸ ਭੂਮੀ ਦੇ ਉੱਪਰ 1 ਜਾਂ 2 ਸਾਲਾਂ ਬਾਅਦ ਜਿਹੜੀ ਫਸਲ ਬੀਜੀ ਜਾਂਦੀ ਸੀ, ਤੇ ਛੱਛਰ ਦੇ ਵਿੱਚ ਜਿਹੜਾ 3-4 ਸਾਲ ਬਾਅਦ ਫਸਲ ਬੀਜੀ ਜਾਂਦੀ ਸੀਗੀ। ਵਜਨ ਦੀ ਗੱਲ ਕਰੀਏ ਤਾਂ 5 ਜਾਂ 6 ਸਾਲ ਬਾਅਦ ਇਸ ਦੇ ਉੱਪਰ ਫਸਲ ਜਿਹੜੀ ਉਹ ਬੀਜੀ ਜਾਂਦੀ ਸੀਗੀ। ਅੱਗੇ ਆਪਾਂ ਗੱਲ ਕਰਾਂਗੇ ਭੂਮੀ ਲਗਾਨ ਦੇ ਬਾਰੇ ਵਿੱਚ। ਜਿਹੜਾ ਪਲਾਸ ਤੇ ਪਰੌਤੀ ਜਿਹੜੀ ਕਿਸਮ ਦੀ ਭੂਮੀ ਹੈਗੀ ਉਹਦੇ ਉੱਪਰ ਜਿਹੜਾ 1/3 ਹਿੱਸਾ ਜਿਹੜਾ ਉਹ ਲਗਾਨ ਲਿਆ ਜਾਂਦਾ ਸੀ। ਛੱਛਰ ਬੱਜਰ ਜਿਹੜਾ ਇਸ ਤੋਂ ਘੱਟ ਲਗਾਨ ਜਿਹੜਾ ਉਹਨਾਂ ਦੇ ਉੱਪਰ ਲਗਾਇਆ ਜਾਂਦਾ ਸੀਗਾ।
ਇਸ ਤੋਂ ਅੱਗੇ ਆਪਾਂ ਗੱਲ ਕਰਾਂਗੇ ਲਗਾਨ ਦੀ ਜਿਹੜੀਆਂ ਪ੍ਰਣਾਲੀਆਂ ਹੈਗੀਆਂ ਨੇ ਉਹਦੇ ਵਿੱਚ ਆਪਾਂ ਦੇਖਦੇ ਹੈਗੇ ਆ ਕਨਕੂਤ ਬਟਾਈ ਜਾਂ ਫਿਰ ਨਾਸਕ ਜਿਹੜੀ ਪ੍ਰਣਾਲੀ ਹੈਗੀ ਕਨਕੂਤ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ ਜਿਹੜੀ ਸਰਕਾਰ ਹੈਗੀ ਉਹ ਖੜੀ ਫਸਲ ਦਾ ਅੰਦਾਜ਼ਾ ਲਗਾ ਲੈਂਦੀ ਸੀ ਤੇ ਇਸ ਦੇ ਆਧਾਰ ਤੇ ਜਿਹੜਾ ਲਗਾਨ ਲਿਆ ਜਾਂਦਾ ਸੀ। ਵਟਾਈ ਦੀ ਗੱਲ ਜੇਕਰ ਆਪਾਂ ਗੱਲ ਕਰੀਏ ਤੇ ਇਹਦੇ ਵਿੱਚ ਜਦੋਂ ਫਸਲ ਕੱਟ ਲਈ ਜਾਂਦੀ ਸੀਗੀ ਤੇ ਉਸ ਟਾਈਮ ਤੇ ਫਸਲ ਨੂੰ 3 ਹਿੱਸਿਆਂ ਦੇ ਵਿੱਚ ਵੰਡ ਲਿਆ ਜਾਂਦਾ ਸੀਗਾ। ਪਹਿਲਾ ਜਿਹੜਾ ਇੱਕ ਹਿੱਸਾ ਹੁੰਦਾ ਸੀ ਉਹ ਸਰਕਾਰ ਦਾ ਸੀਗਾ ਤੇ ਬਾਕੀ ਜਿਹੜੇ 2 ਹਿੱਸੇ ਸੀਗੇ ਉਹ ਕਿਸਾਨ ਦੇ ਕੋਲ ਰਹਿ ਜਾਂਦੇ ਸੀ। ਨਾਸਕ ਦੀ ਜੇਕਰ ਆਪਾਂ ਗੱਲ ਕਰੀਏ ਤੇ ਇਹਦੇ ਵਿੱਚ ਸਾਰੇ ਪਿੰਡ ਦੀ ਫਸਲ ਦਾ ਜਿਹੜਾ ਇਕੱਠਾ ਹੀ ਅੰਦਾਜ਼ਾ ਲਗਾ ਲਿਆ ਜਾਂਦਾ ਸੀ ਤੇ ਉਸ ਦੇ ਆਧਾਰ ਤੇ ਜਿਹੜਾ ਲਗਾਨ ਹੈਗਾ ਉਹ ਨਿਸ਼ਚਿਤ ਕਰ ਦਿੱਤਾ ਜਾਂਦਾ ਸੀਗਾ। ਤੇ ਜਿਹੜੀ ਮੁਗਲ ਸਰਕਾਰ ਹੈਗੀ ਉਸਨੇ ਵੱਧ ਤੋਂ ਵੱਧ ਜਿਹੜੀ ਧਰਤੀ ਹੈਗੀ ਜਾਂ ਭੂਮੀ ਦੀ ਗੱਲ ਕਰੀਏ ਉਹਨੂੰ ਖੇਤੀਯੋਗ ਬਣਾਉਣ ਲਈ ਕਿਸਾਨਾਂ ਨੂੰ ਕਰਜ਼ੇ ਵਗੈਰਾ ਵੀ ਦਿੱਤੇ ਸੀ ਤੇ ਇਸ ਤੋਂ ਇਲਾਵਾ ਜਦੋਂ ਅਕਾਲ ਵਗੈਰਾ ਪੈ ਜਾਂਦਾ ਸੀ ਜਾਂ ਫਿਰ ਘੱਟ ਉਪਜ ਹੁੰਦੀ ਸੀ ਤਾਂ ਉਸ ਟਾਈਮ ਤੇ ਲਗਾਨ ਉਹ ਮਾਫ ਕਰ ਦਿੱਤਾ ਜਾਂਦਾ ਸੀਗਾ।